हर बिन जियो जल बल जाओ। हर बिन जियो जल बल जाओ। मैं अपना गुर पूछ देखा अवर नाही थाओ। हर बिन जियो जल बल जाओ। जल बल जाओ। हर बिन जियो जल बल जाओ। मोती तमंदर ऊसर रत्नी तहो है जड़ाओ। कस्तूर कुंगु अगर चंदन लीप आवे चाओ। मत देख फूला विसरे तेरा चित्त न आवे नाओ। हर बिन जियो जल बल जाओ। हर बिन जियो जल बल जाओ। मैं अपना गुर पूछ देखा अवर नाही थाओ। हर बिन जियो जल बल जाओ। तरती तहीरे लाल जड़ती पलंग लाल जड़ाओ। मोहनी मुख मणि सोहे करे रंग पसाओ। मत देख फूला विसरे तेरा चित्त न आवे नाओ। हर बिन जियो जल बल जाओ। हर बिन जियो जल बल जाओ। मैं अपना गुर पूछ देखा अवर नाही थाओ। हर बिन जियो जल बल जाओ। सिद्ध हुआ सिद्ध लाई रिद्ध आँखां आओ। गुप्त प्रगट होए बैसा लोक राखे पाओ। मत देख फूला विसरे तेरा चित्त न आवे नाओ। हर बिन जियो जल बल जाओ। हर बिन जियो जल बल जाओ। मैं अपना गुर पूछ देखा अवर नाही थाओ। हर बिन जियो जल बल जाओ। सुल्तान हुआ मेल लश्कर तख्त राखा पाओ। हुक्म
नाम हासिल करी बैठा, नानका सब वाओ। मत देख भूला बीसरै, तेरा चित्त न आवे नाओ। हर बिन जियो जल बल जाओ। हर बिन जियो जल बल जाओ। मैं अपना गुर पूछ देखा, अवर नहीं थाओ। हर बिन जियो जल बल जाओ। जल बल जाओ। हर बिन जियो जल बल जाओ। जल बल जाओ, जल बल जाओ। हर बिन जियो जल बल जाओ। हर बिन जियो जल बल जाओ। जल बल जाओ। ਇਹ ਸ਼ਬਦ ਅਸੀਂ ਗਾਇਨ ਕੀਤਾ ਹੈ। ਇਹ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ। ਹਰਬਿਨ ਜੀਓ ਜਲ ਬਲ ਜਾ। ਇਹ ਸ਼ਬਦ ਜਦੋਂ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਕਲਯੁਗ ਨੇ ਉਹਨਾਂ ਨੂੰ ਪਰੇਸ਼ਾਨ ਕਰਨ ਲਈ ਸ਼ਰਾਰਤਾਂ ਕੀਤੀਆਂ, ਉਸ ਵਕਤ ਦੀ ਇਹ ਗੱਲ ਹੈ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ। ਗੁਰੂ ਨਾਨਕ ਦੇਵ ਜੀ ਮਹਾਰਾਜ ਘੋਰ ਜੰਗਲ ਵਿੱਚ ਬੈਠੇ ਸਨ। ਜਗਤ ਜਲੰਦੇ ਦੀ ਸਾਰ ਕਰਦੇ ਕਰਦੇ ਮਰਦਾਨਾ ਕੀਰਤਨ ਕਰ ਚੁੱਕਿਆ ਸੀ ਤੇ ਇੱਕਦਮ ਕੀ ਦੇਖਿਆ, ਇੱਕ ਕਾਲੀ ਬੋਲੀ ਹਨੇਰੀ ਆ ਰਹੀ ਹੈ। ਇਤਨੀ ਤੇਜ਼ ਹਨੇਰੀ ਸੀ ਕਿ ਦਰਖਤ ਔਰ ਹੋਰ ਚੀਜ਼ਾਂ ਹਵਾ ਵਿੱਚ ਉੱਡਦੀਆਂ ਦਿਖਾਈ ਦੇ ਰਹੀਆਂ ਸੀ। ਮਰਦਾਨਾ ਇਹ ਸਭ ਦੇਖ ਕੇ ਭੈਭੀਤ ਹੋ ਗਿਆ ਔਰ ਉਸਨੂੰ ਲੱਗਾ ਕਿ ਇਹ ਹਨੇਰੀ ਸਾਨੂੰ ਵੀ ਉਡਾ ਕੇ ਲੈ ਜਾਏਗੀ। ਤਦ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਕਿਹਾ, ਮਰਦਾਨਿਆ ਤੂੰ ਡਰ ਨਾ, ਆਪਣੀ ਸੁਰਤ ਵਾਹਿਗੁਰੂ ਦੇ ਨਾਲ ਜੋੜ, ਕੁਛ ਨਹੀਂ ਹੋਏਗਾ। ਖਾਲੀ ਮਨ, ਵਿਹਲਾ ਮਨ 100 ਕਲਪਨਾ ਕਰਦਾ ਹੈ, ਔਰ ਅਗਰ ਇਹ ਮਨ ਜੇ ਸ਼ਬਦ ਨਾਲ ਜੁੜ ਜਾਵੇ, ਸਾਰੀਆਂ ਕਲਪਨਾਵਾਂ ਖਤਮ ਹੋ ਜਾਂਦੀਆਂ ਹਨ। ਮਰਦਾਨੇ ਨੇ ਆਪਣੇ ਨੇਤਰ ਮੀਟੇ ਔਰ ਸਿਮਰਨ ਵਿੱਚ ਬਿਰਤੀ ਲਗਾ ਦਿੱਤੀ ਔਰ ਦੇਖਿਆ ਕਿ ਕਾਲੀ ਬੋਲੀ ਹਨੇਰੀ ਲੰਘ ਗਈ। ਤੇ ਥੋੜੀ ਦੇਰ ਬਾਅਦ ਦੇਖਿਆ ਕਿ ਅਸਮਾਨ ਵਿੱਚੋਂ ਬੜੇ ਬੜੇ ਗੜੇ ਗਿਰਨੇ ਸ਼ੁਰੂ ਹੋ ਰਹੇ ਹਨ। ਫਿਰ ਮਰਦਾਨਾ ਡਰ ਗਿਆ। ਪਹਿਲਾਂ ਇੱਕ ਬਲਾ ਤੋਂ ਬਚੇ, ਹੁਣੇ ਦੂਸਰੀ ਆ ਗਈ। ਫਿਰ ਉਹ ਡਰ ਗਿਆ। ਉਸਨੂੰ ਲੱਗਿਆ ਕਿ ਇੱਕ ਗੜਾ ਵੀ ਜੇ ਸਿਰ ਤੇ ਡਿੱਗ ਪਿਆ ਤਾਂ ਪ੍ਰਾਣ ਖਤਮ। ਉਸਨੂੰ ਡਰਦੇ ਵੇਖ ਕੇ ਫਿਰ ਗੁਰੂ ਨਾਨਕ ਦੇਵ ਜੀ ਨੇ ਕਿਹਾ, ਵੇਖ ਤੂੰ ਵਾਹਿਗੁਰੂ ਦੇ ਰੰਗ ਵਿੱਚ ਜੁੜ, ਤੇਰੇ ਉੱਤੇ ਡਾਢੇ ਦਾ ਹੱਥ ਆ, ਇਹ ਚੀਜ਼ਾਂ ਤੇਰਾ ਕੁਛ ਨਹੀਂ ਵਿਗਾੜ ਸਕਦੀਆਂ। ਥੋੜੀ ਦੇਰ ਬਾਅਦ ਦੇਖਿਆ ਕਿ ਉਹ ਗੜੇ ਵੀ ਹਟ ਗਏ। ਫਿਰ ਅਚਾਨਕ ਇੱਕ ਸੁਨਹਿਰੀ ਕੇਸਾਂ ਵਿੱਚ ਅੱਗ ਵਾਂਗ, ਜਿਸ ਦੀਆਂ ਅੱਖਾਂ ਲਾਲ ਚਮਕਦੀਆਂ ਸਨ, ਜ਼ਬਾਨ ਮੂੰਹ ਵਿੱਚੋਂ ਬਾਹਰ ਨਿਕਲੀ ਹੋਈ ਸੀ, ਮਾਰੋ ਮਾਰ ਆ ਰਿਹਾ ਹੈ, ਜਿਵੇਂ ਸਿੱਧਾ ਮੂੰਹ ਵਿੱਚ ਹੀ ਨਿਗਲ ਲਵੇਗਾ। ਪਤਾ ਨਹੀਂ ਕੋਈ ਪ੍ਰੇਤ ਹੈ, ਖਬਨੀ ਕੋਈ ਭੂਤ ਹੈ। ਉਸਨੂੰ ਦੇਖ ਕੇ ਬਹੁਤ ਡਰ ਲੱਗ ਰਿਹਾ ਸੀ। ਜਦੋਂ ਨਜ਼ਦੀਕ ਆਇਆ ਤਾਂ ਅੱਗੇ ਦੇਖਿਆ, ਉਸਨੇ ਆਪਣੇ 8 ਅੰਗਾਂ ਨੂੰ ਜ਼ਮੀਨ ਤੇ ਲਗਾ ਕੇ ਅਸ਼ਟਾਂਗ ਦੰਡਵਤ ਕੀਤੀ, ਸਰੀਰ ਕਰਕੇ, ਮਨ ਕਰਕੇ ਔਰ ਬਾਣੀ ਕਰਕੇ। ਡੰਡੌਤ ਬੰਧਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਉਸਨੇ ਕਿਹਾ, ਆਪ ਜੀ ਇਸ ਯੁੱਗ ਦੇ ਤਾਰਕ ਹੋ ਤੇ ਮੈਂ ਇਸ ਯੁੱਗ ਦਾ ਰਾਜਾ ਹਾਂ। ਮੇਰਾ ਨਾਂ ਹੈ ਕਲਯੁਗ। ਪਹਿਲੀਆਂ 2 ਸ਼ਰਾਰਤਾਂ ਮੇਰੇ ਵੱਲੋਂ ਹੀ ਸਨ, ਕਾਲੀ ਬੋਲੀ ਹਨੇਰੀ ਤੇ ਬੜੇ ਬੜੇ ਅਸਮਾਨੀ ਗਰੇ ਵਰਨੇ। ਇਹ ਮੈਂ ਆਪ ਜੀ ਨੂੰ ਡਰਾਉਣ ਵਾਸਤੇ ਕੀਤੀਆਂ ਸਨ, ਪਰ ਆਪ ਜੀ ਸੁਮੇਰ ਪਰਬਤ ਦੀ ਤਰ੍ਹਾਂ ਚੱਲ ਰਹੇ।
मैं आप जी ਦੀ ਸ਼ਰਨ ਆਇਆ ਹਾਂ। ਮੈਂ ਚਾਹੁੰਦਾ ਹਾਂ ਕਿ ਆਪ ਜੀ ਮੇਰੇ ਤੋਂ ਕੁਝ ਸੇਵਾ ਲਵੋ। ਤਾਂ ਗੁਰੂ ਨਾਨਕ ਦੇਵ ਜੀ ਅੱਗੇ ਸਾਨੂੰ ਕਿਸੇ ਸੇਵਾ ਦੀ ਲੋੜ ਨਹੀਂ। ਤਾਂ ਕਲਯੁਗ ਕਹਿੰਦਾ ਹੈ ਹਾਂਜੀ ਤੁਸੀਂ ਤਾਂ ਨਿਰਾਕਾਰ ਵਾਹਿਗੁਰੂ ਹੋ। ਆਪ ਜੀ ਦਾ ਮਤਲਬ ਦੇਹ ਦਾ ਵੀ ਕੋਈ ਸ਼ੌਕ ਨਹੀਂ। ਆਪ ਜੀ ਨੇ ਤੇ ਦੁਨੀਆ ਦੇ ਤਾਰਨ ਨੂੰ ਵਿਅਕਤੀ ਧਾਰਨ ਕੀਤੀ ਹੋਈ ਹੈ। ਪਰ ਮੈਂ ਆਪ ਜੀ ਦੀ ਕੋਈ ਸੇਵਾ ਕਰਨਾ ਚਾਹੁੰਦਾ ਹਾਂ ਕਿਉਂਕਿ ਆਪ ਜੀ ਥਾਂ ਥਾਂ ਤੇ ਦੁਨੀਆ ਦਾ ਉਧਾਰ ਕਰਨ ਵਾਸਤੇ ਜਾਂਦੇ ਹੋ ਔਰ ਮੈਂ ਤੁਹਾਡੀ ਕੁਛ ਸੇਵਾ ਕਰਨਾ ਚਾਹੁੰਦਾ ਹਾਂ। ਤਾਂ ਮਹਾਰਾਜ ਜੀ ਕਹਿੰਦੇ ਕਿ ਕੀ ਸੇਵਾ ਕਰੇਗਾ ਤੂੰ ਸਾਡੀ, ਕੀ ਤੇਰੀ ਇੱਛਾ ਹੈ। ਤਾਂ ਉਹ ਕਹਿੰਦਾ ਕਿ ਜਦੋਂ ਤੁਸੀਂ ਦੂਰ ਦੂਰ ਜਾਣੇ ਹੋ ਤਾਂ ਮੈਂ ਪਿਆਰੇ ਪਿਆਰੇ ਸੁੰਦਰ ਸੁੰਦਰ ਕੀਮਤੀ ਮੋਤੀਆਂ ਦੇ ਮੰਦਰ ਉਸਾਰ ਦਿਆਂਗਾ ਜਿਨ੍ਹਾਂ ਦੇ ਵਿੱਚ ਬਹੁਤ ਹੀ ਸੁੰਦਰ ਰਤਨ ਜੜੇ ਹੋਏ ਹੋਣਗੇ ਤੇ ਤੁਸੀਂ ਮੇਰੀ ਇਹ ਸੇਵਾ ਕਬੂਲ ਕਰੋ। ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਨਹੀਂ ਸਾਨੂੰ ਇਸ ਸੇਵਾ ਦੀ ਕੋਈ ਲੋੜ ਨਹੀਂ। ਉਹ ਆਖਦਾ ਹੈ ਕਿ ਮੈਂ ਉਸ ਜਿਹੜੇ ਤੁਹਾਡੇ ਮਕਾਨ ਹੋਣਗੇ ਉਹਨਾਂ ਨੂੰ ਬਹੁਤ ਹੀ ਸੁੰਦਰ ਕਸਤੂਰ ਕੁੰਗੂ ਸੈਂਡਲਵੁੱਡ ਸੈਫਰਨ ਇਹਨਾਂ ਚੀਜ਼ਾਂ ਨਾਲ ਲਿਪ ਦੇਵਾਂਗਾ ਕਿ ਉਹਨੇ ਚੋਂ ਬਹੁਤ ਅੱਛੀ ਖੁਸ਼ਬੂ ਆਵੇ ਤੇ ਤੁਹਾਨੂੰ ਕਿੰਨਾ ਸੁੱਖ ਹੋ ਜਾਏਗਾ। ਜਿੱਥੇ ਵੀ ਤੁਸੀਂ ਦੁਨੀਆ ਦਾ ਉਧਾਰ ਕਰਨ ਜਾਓਗੇ ਤੁਸੀਂ ਉਹਨਾਂ ਸੋਹਣੀਆਂ ਜਗ੍ਹਾ ਤੇ ਬੈਠ ਕੇ ਕੀਰਤਨ ਕਰਨਾ, ਦੁਨੀਆ ਦਾ ਉਧਾਰ ਕਰਨਾ, ਮੇਰੀ ਵੀ ਕੁਝ ਸੇਵਾ ਲੱਗ ਜਾਏਗੀ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਇਹ ਤਾਂ ਸਭ ਕੁਝ ਵਿਅਰਥ ਹੈ। ਇਹ ਜਿਹੜੀਆਂ ਚੀਜ਼ਾਂ ਹਨ ਇਹ ਕੋਈ ਮਨ ਨੂੰ ਸੁੱਖ ਨਹੀਂ ਦਿੰਦੀਆਂ। ਇਸ ਦੇ ਨਾਲ ਮਨ ਦੀ ਸ਼ਾਂਤੀ ਜਾਂ ਮਨ ਦੀ ਤ੍ਰਿਪਤੀ ਨਹੀਂ ਮਿਲਦੀ। ਇਹਨਾਂ ਚੀਜ਼ਾਂ ਦੇ ਵਿੱਚ ਤਾਂ ਬਹੁਤ ਖਤਰਾ ਹੈ। ਇਹ ਜਿਹੜੀਆਂ ਮੋਤੀਆਂ ਰਤਨਾਂ ਨਾਲ ਜੜੀਆਂ ਔਰ ਕਸਤੂਰੀ ਚੰਦਨ ਦੇ ਨਾਲ ਲਿਪੀਆਂ ਹੋਏ ਘਰ ਹੋਣਗੇ ਇਹਨਾਂ ਦਾ ਤਾਂ ਬਹੁਤ ਡਰ ਹੈ ਕਿ ਇਹਨਾਂ ਨੂੰ ਦੇਖ ਕੇ ਮੈਂ ਵਾਹਿਗੁਰੂ ਦਾ ਨਾਮ ਨਾ ਭੁੱਲ ਜਾਵਾਂ, ਮੈਂ ਉਸ ਵਾਹਿਗੁਰੂ ਨੂੰ ਵਿਸਰ ਨਾ ਜਾਵਾਂ ਤੇ ਤੇਰਾ ਪ੍ਰਮਾਤਮਾ ਦਾ ਨਾਮ ਮੇਰਾ ਚਿੱਤ ਵਿੱਚ ਹੀ ਨਾ ਟਿਕੇ। ਤਾਂ ਇਹ ਵਸਤੂਆਂ ਦੀ ਸਾਨੂੰ ਕੋਈ ਲੋੜ ਨਹੀਂ ਕਿਉਂਕਿ ਇਹਨਾਂ ਮਾਇਆ ਦੀਆਂ ਚੀਜ਼ਾਂ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਪ੍ਰਮਾਤਮਾ ਨੂੰ ਭੁਲਾਉਣ ਦੀ। ਸੰਤ ਮਹਾਰਾਜ ਜੀ ਕਹਿੰਦੇ ਨੇ ਕਿ ਅਤਿਅੰਤ ਵੈਰਾਗੀ ਜੋ ਪੁਰਸ਼ ਹੈ ਉਹ ਐਸੀ ਦੁਨੀਆ ਦੀਆਂ ਵਸਤੂਆਂ ਚੀਜ਼ਾਂ ਪਦਾਰਥਾਂ ਦੇ ਵਿੱਚ ਲੁਭਾਇਮਾਨ ਨਹੀਂ ਹੁੰਦਾ ਭਾਵੇਂ ਉਹ ਕਿਤਨੀਆਂ ਵੀ ਅਟਰੈਕਟਿਵ ਕਿਉਂ ਨਾ ਹੋਣ। ਉਸਦੀ ਉਹਨਾਂ ਵਿੱਚ ਕੋਈ ਪਕੜ ਅਟੈਚਮੈਂਟ ਨਹੀਂ ਹੁੰਦੀ ਕਿਉਂਕਿ ਅਤਿਅੰਤ ਵੈਰਾਗੀ ਪੁਰਸ਼ ਲਈ ਬ੍ਰਹਮਲੋਕ ਤੱਕ ਦੇ ਸਾਰੇ ਹੀ ਪਦਾਰਥ ਮਨੋ ਅਸਤ ਜੜ ਦੁੱਖ ਰੂਪ ਤੇ ਪ੍ਰਛਿੰਨ ਹਨ। ਕਿਉਂਕਿ ਇਹਨਾਂ ਪਦਾਰਥਾਂ ਵਿੱਚ ਦੋ ਕੁਆਲਿਟੀਜ਼ ਹਨ, ਦੋ ਚੀਜ਼ਾਂ ਹਨ, ਅਤ੍ਰਿਪਤੀ ਤੇ ਰਾਗ ਦਵੇਸ਼। ਇਹ ਚੀਜ਼ਾਂ ਮਨ ਨੂੰ ਸ਼ਾਂਤ ਕਰਨ ਵਾਲੀਆਂ ਨਹੀਂ, ਇਹ ਮਨ ਨੂੰ ਸ਼ਾਂਤ ਨਹੀਂ ਕਰ ਸਕਦੀਆਂ। ਮਨ ਨੂੰ ਸ਼ਾਂਤ ਕਰਨ ਵਾਲੀ ਵਸਤੂ ਤਾਂ ਸਿਰਫ ਇੱਕ ਵਾਹਿਗੁਰੂ ਦਾ ਨਾਮ ਹੀ ਹੈ। ਇਸ ਕਰਕੇ ਕਲਯੁਗ ਅਸੀਂ ਤੇਰੀ ਇਹ ਸੇਵਾ ਮਨਜ਼ੂਰ ਨਹੀਂ ਕਰ ਸਕਦੇ। ਹਰੀ ਤੋਂ ਬਿਨਾ ਵਾਹਿਗੁਰੂ ਦੇ ਭਜਨ ਤੋਂ ਬਿਨਾ ਮਨ ਜਲਦਾ ਬਲਦਾ ਸੜਦਾ ਰਹਿੰਦਾ ਹੈ, ਸ਼ਾਂਤ ਨਹੀਂ ਆਉਂਦੀ। ਦੁਨੀਆ ਦੀ ਕੋਈ ਵੀ ਵਸਤੂ ਮਨ ਨੂੰ ਸ਼ਾਂਤ ਕਰਨ ਨੂੰ ਸਮਰੱਥ ਨਹੀਂ ਸਿਵਾਏ ਵਾਹਿਗੁਰੂ ਦੇ ਭਜਨ ਦੇ। ਇਸ ਕਰਕੇ ਜੋ ਸ਼ਾਂਤੀ ਜੋ ਪੀਸ ਆਫ ਮਾਈਂਡ ਦਾ ਚਾਹਵਾਨ ਹੈ ਉਹ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦਾ। ਤਾਂ ਸੰਤ ਮਹਾਰਾਜ ਜੀ ਕਹਿੰਦੇ ਨਾਮ ਤੋਂ ਬਿਨਾ ਜੋੜਾ ਜਲ ਬਲ ਜਾਵੇ, ਜਲ ਬਲ ਜਾਵੇ, ਜਲ ਬਲ ਜਾਵੇ। ਇਹਨਾਂ ਲੋਕਾਂ 14 ਭਵਨਾਂ ਵਿੱਚ ਸਭ ਤੋਂ ਵੱਡਾ ਸੁੱਖ ਮਨ ਦੀ ਠੰਡ, ਮਨ ਦੀ ਸ਼ਾਂਤੀ, ਪੀਸ ਆਫ ਮਾਈਂਡ ਹੈ। ਜੇ ਰੇਤੇ ਨੂੰ ਪੀੜੀਏ ਕੋਈ ਤੇਲ ਨਹੀਂ ਨਿਕਲਦਾ, ਭਾਵੇਂ ਹਜ਼ਾਰਾਂ ਵਾਰ ਰੇਤੇ ਨੂੰ ਪੀੜੀ ਜਾਓ ਉਹ ਚੋਂ ਤੇਲ ਨਹੀਂ ਨਿਕਲੇਗਾ, ਕਿਉਂ? ਉਹਦੇ ਵਿੱਚ ਹੈ ਹੀ ਨਹੀਂ। ਉਵੇਂ ਹੀ ਇਹਨਾਂ ਵਸਤੂਆਂ ਵਿੱਚ ਅਤ੍ਰਿਪਤੀ ਹੈ, ਰਾਗ ਦਵੇਸ਼।
ਰੱਜ ਨਾ ਆਉਣਾ, ਇਹ ਪਦਾਰਥਾਂ ਦੇ ਦੋ ਫਲ ਹਨ। ਤੋ ਕੀ ਚਾਹੀਦਾ ਹੈ ਇਨਸਾਨ ਨੂੰ? ਸਿਰਫ ਦੋ ਰੋਟੀਆਂ ਪ੍ਰਾਣਾਂ ਦੀ ਰੱਖਿਆ ਲਈ, ਗਰਮੀ ਸਰਦੀ ਵਾਸਤੇ ਕੱਪੜਾ, ਕੁੱਲੀ ਜੁੱਲੀ। ਬਾਕੀ ਤਾਂ ਜਿਤਨੀ ਵੀ ਮਾਇਆ ਇਹਦੇ ਕੋਲ ਹੈ ਉਸਦਾ ਰਾਖਾ ਹੈ, ਉਹ ਇਸਦੇ ਕੋਈ ਫਾਇਦੇ ਦੀ ਨਹੀਂ ਹੈ। ਕਿਉਂਕਿ ਜਿਤਨੀ ਵੀ ਚੀਜ਼ਾਂ ਡਿਜ਼ਾਇਰਸ ਹਨ, ਵਾਸ਼ਨਾਵਾਂ ਹਨ, ਜੋ ਵੀ ਇਨਸਾਨ ਕਰਦਾ ਹੈ ਅਖੀਰ ਵਿੱਚ ਜਿਸ ਵਿੱਚ ਉਸਦੀ ਵਾਸ਼ਨਾ ਰਹਿ ਜਾਂਦੀ ਹੈ ਉਸਦਾ ਹੀ ਉਸਨੂੰ ਜਨਮ ਮਿਲ ਜਾਂਦਾ ਹੈ। ਵੈਸੇ ਤਾਂ ਜੀਵ ਆਤਮਾ ਪਰਮਾਤਮਾ ਦਾ ਅੰਸ਼ ਹੈ, ਪਰ ਇਹ ਕਿਉਂ ਗੇੜਾਂ 'ਚ ਪੈ ਗਿਆ? ਵਾਸ਼ਨਾ ਕਰਕੇ, ਮੋਹ ਕਰਕੇ। ਜਿਵੇਂ ਭਗਤ ਤ੍ਰਿਲੋਚਨ ਜੀ ਨੇ ਕਿਹਾ ਹੈ, ਜੇ ਉਹ ਮਾਇਆ ਦੇ ਵਿੱਚ ਵਾਸ਼ਨਾ ਉਹਦੀ ਰਹਿ ਗਈ ਮਰਨ ਲੱਗੇ ਅੰਤ ਸਮੇਂ ਤਾਂ ਵੱਡਾ ਸੱਪ ਬਣ ਕੇ ਮੇਲੂਗਾ। तो जितनी देर तक जीव मोह ते वासना ਦੇ ਅਧੀਨ ਹੈ ਉਤਨੀ ਦੇਰ ਤੱਕ ਇਹ ਪਰਮਾਤਮਾ ਤੋਂ ਵਿਛੜਿਆ ਜੂਨਾਂ ਵਿੱਚ ਹੀ ਆਉਂਦਾ ਹੈ। ਜੈਸੀ ਵਾਸਨਾ ਵੈਸਾ ਜਨਮ। ਕਿਉਂਕਿ ਜੇ ਕੋਈ ਸੋਚੇ ਲੈ ਅੰਤਲੇ ਸਮੇਂ ਵਾਹਿਗੁਰੂ ਕਹਿ ਦਾਂਗੇ ਜਾਂ ਕੋਈ ਮਰਨ ਲੱਗੇ ਕਹੇ ਮੈਨੂੰ ਗੀਤਾ ਸੁਣਾ ਦਿਓ, ਮੈਨੂੰ ਸੁਖਮਨੀ ਸਾਹਿਬ ਸੁਣਾ ਦਿਓ, ਤਾਂ ਇਹ ਕੋਈ ਗੱਲ ਨਹੀਂ ਬਣ ਸਕਦੀ। ਕਿਉਂਕਿ ਜੋ ਵੀ ਆਪਾਂ ਨਿਤ ਕਰੀਏ, ਜਿਸ ਚੀਜ਼ ਦੀ ਪ੍ਰੈਕਟਿਸ ਕਰੀਏ, ਉਹੀ ਅੰਤਲੇ ਸਮੇਂ ਸਾਡੇ ਧਿਆਨ ਵਿੱਚ ਆਉਂਦੀ ਹੈ। तो मन शांत ना होवे जी बिना हर नाम दे। जो बूंद है उसका छुटकारा तो अपने केंद्र समुंदर विच मिल के ही है। बार बार लम्बे चक्कर कट के भी उसनों यही समझना पएगा, इस तो बिना छुटकारा नहीं। अखीर जे हुण ना ਇਹਦੇ समझ विच आई ਤਾਂ ਚਾਰੇ ਕੁੰਟੇ ਦੇ ਭਰਮ ਤੋਂ ਬਾਅਦ ਵੀ ਭਰਮ ਕੇ ਜੋ ਥੱਕੇਗਾ ਤਾਂ ਵੀ ਇਸਨੂੰ ਇਹ ਗੇੜੇ ਕੱਟ ਕੇ ਇਹੀ ਸਮਝਣਾ ਪਏਗਾ ਕਿ परमात्मा ਦੇ ਭਜਨ ਤੋਂ ਬਿਨਾ ਮੇਰਾ ਛੁਟਕਾਰਾ ਨਹੀਂ। ਜਿੰਨੀ ਮਰਜ਼ੀ ਦੇਰ ਇੱਧਰ ਉੱਧਰ ਭਟਕੀ ਜਾਵੇ, ਜੋ ਸਾਡਾ ਕੇਂਦਰ ਹੈ ਵਾਹਿਗੁਰੂ ਹੈ। ਜਿਵੇਂ ਬੂੰਦ ਦਾ ਕੇਂਦਰ ਸਮੁੰਦਰ ਹੈ, ਸਾਡਾ ਕੇਂਦਰ ਵਾਹਿਗੁਰੂ ਹੈ। ਉਸਦੇ ਭਜਨ ਤੋਂ ਬਿਨਾ ਛੁਟਕਾਰਾ ਨਹੀਂ, ਸ਼ਾਂਤੀ ਨਹੀਂ। ਬਿਨਾ ਹਰੀ ਦੇ ਨਾਮ ਤੋਂ ਬਿਨਾ ਕੁਝ ਵੀ ਸ਼ਾਂਤ ਨਹੀਂ ਹੋ ਸਕਦਾ, ਮਨ ਸ਼ਾਂਤ ਨਹੀਂ ਹੋ ਸਕਦਾ। ਫਿਰ ਅੱਗੇ ਕਲਯੁਗ ਨੇ ਮਹਾਰਾਜ ਜੀ ਨੂੰ ਕਿਹਾ कि मैं धरती ते हीरे लाल जड़ दूंगा, इतने सोहने सोहने लालां दे जड़े हुए पलंग बिछा दूंगा और सोहणियां मनमोहणियां ਜਿਹੜੀਆਂ ਪੂਰਾ ਪਰੀਆਂ ਹਨ ਉਹ ਆਪ ਜੀ ਦੀ ਸੇਵਾ ਲਈ ਰੱਖ ਦਵਾਂਗਾ। ਤਾਂ ਸਾਨੂੰ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਜੋ ਚੀਜ਼ਾਂ ਹਨ ਇਹ ਤਾਂ ਪਰਮਾਤਮਾ ਨੂੰ ਭੁਲਾਉਣ ਵਾਲੀਆਂ ਹਨ, ਇਹਨਾਂ ਵਿੱਚ ਬਹੁਤ ਸ਼ਕਤੀ ਹੈ, ਇਹਨਾਂ ਵਿੱਚ ਮਨ ਦੀ ਸ਼ਾਂਤੀ ਨਹੀਂ, ਸਾਨੂੰ ਇਹ ਸੇਵਾ ਦੀ ਕੋਈ ਲੋੜ ਨਹੀਂ। ਫੇਰ ਕਲਯੁਗ ਮਹਾਰਾਜ ਜੀ ਨੂੰ ਕਹਿੰਦਾ ਹੈ ਕਿ ਰਿੱਧੀ ਸਿੱਧੀ ਸਾਰੀ ਮੇਰੇ ਹੱਥ ਵਿੱਚ ਹੈ। ਦੁਨੀਆ ਨੂੰ ਦਿਖਾ ਕੇ ਤੁਸੀਂ ਸਾਰੀਆਂ ਰਿੱਧੀਆਂ ਸਿੱਧੀਆਂ ਨੂੰ ਆਪਣੇ ਕਾਬੂ 'ਚ ਕਰ ਲਿਓ। ਗੁਪਤ ਪ੍ਰਗਟ ਹੋਣ ਦੀ ਸ਼ਕਤੀ ਮੈਂ ਤੁਹਾਨੂੰ ਦੇ ਦਿਆਂਗਾ। ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੇ ਭਾਓ। ਤਾਂ ਸਾਰੇ ਤੁਹਾਡੇ ਹੁਕਮ ਚੱਲਣਗੇ, ਸਾਰਿਆਂ ਨੂੰ ਤੁਸੀਂ ਵਸੀਕਾਰ ਕਰ ਲਓਗੇ, ਜੋ ਚਾਹੋਗੇ ਕਰੋਗੇ। ਸੰਤ ਮਹਾਰਾਜ ਜੀ ਕਹਿੰਦੇ ਰਿੱਧੀ ਸਿੱਧੀ ਵਿੱਚ ਇਸ ਕੋਈ ਸ਼ਾਂਤੀ ਨਹੀਂ। ਗੁਰੂ ਬਾਬਾ ਜੀ ਨੇ ਕਈ ਵਾਰੀ ਸਿੱਧਾਂ ਨਾਲ ਚਰਚਾ ਹੋਈ, ਉਹਨਾਂ ਨੇ ਕਿਹਾ ਵੀ ਕੋਈ ਸਿੱਧ ਜਿਹੜੇ ਰਿੱਧੀਆਂ ਸਿੱਧੀਆਂ ਵਾਲੇ ਮੰਜ਼ਿਲੇ ਮਕਸੂਦ ਤੇ ਪਹੁੰਚੇ ਨੇ, ਸ਼ਾਂਤ ਚਿੱਤ ਹਨ ਰੇਅਰਲੀ, ਪਰ ਮੋਸਟਲੀ ਬਹੁਤੇ ਅਧੂਰੇ ਹੀ ਹਨ। ਉਹ ਰਿੱਧੀਆਂ ਸਿੱਧੀਆਂ ਵਿੱਚ ਹੀ ਅਟਕ ਗਏ ਔਰ ਉਹਨਾਂ ਦੇ ਮਨ ਚਿਤਿਓਂ ਸੜਦੇ ਬਲਦੇ ਹਨ ਜਿਵੇਂ ਭੱਠ ਵਿੱਚ ਦਾਣਾ ਭੁੱਜਾ ਹੈ। ਤਾਂ ਫਿਰ ਜਦ ਮਨ ਦੀ ਸ਼ਾਂਤੀ ਪ੍ਰਾਪਤ ਹੀ ਨਾ ਹੋਈ, ਜੋ ਕਿ ਮੁੱਖ ਗੱਲ ਮਨ ਦੀ ਸ਼ਾਂਤੀ ਹੈ, ਗੁਰੂ ਨਾਨਕ ਦੇਵ ਜੀ ਨੇ ਕਿਹਾ, ਤਾਂ ਰਿੱਧੀ ਸਿੱਧੀ ਵੱਲ ਧਿਆਨ ਦੇਣ ਦੀ ਕੋਈ ਲੋੜ ਨਹੀਂ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਕਿ ਸਾਡੇ ਸਿੱਖ ਨੂੰ ਰਿੱਧੀ ਸਿੱਧੀ ਵੱਲ ਧਿਆਨ ਨਹੀਂ ਦੇਣਾ ਚਾਹੀਦਾ, ਉਹ ਕੇਵਲ ਪ੍ਰਭੂ ਚਰਨਾਂ ਵਿੱਚ ਲਿਵਲੀਨ ਹੋਵੇ, ਉਸਦਾ ਹੀ ਉਪਰਾਲਾ ਕਰੇ। ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਲਯੁਗ ਨੂੰ ਸਾਨੂੰ ਇਸ ਦੀ ਵੀ ਲੋੜ ਨਹੀਂ। ਫਿਰ ਕਹਿਣ ਲੱਗਾ ਮਹਾਰਾਜ ਜੀ ਮੈਂ ਹੋਰ ਸੇਵਾ ਕਰਦਾ ਹਾਂ, ਸਾਰੀ ਦੁਨੀਆ ਦੀ ਬਾਦਸ਼ਾਹੀ ਦੇ ਤਖਤ ਮੇਰੇ ਹੱਥ ਵਿੱਚ ਹਨ, ਉੱਥੇ ਬੈਠੋ, ਸਾਰੀ ਦੁਨੀਆ ਤੇ ਰਾਜ ਕਰੋ। ਤੇ ਗੁਰੂ ਜੀ ਨੇ ਕਿਹਾ ਸੁਲਤਾਨ ਹੋਵਾਂ ਮੇਲ ਲਸਕਰ ਤਖਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਕਹਿੰਦੇ ਨਹੀਂ, ਇਹਨਾਂ ਚੀਜ਼ਾਂ ਵਿੱਚ ਵੀ ਕੋਈ ਮਨ ਦੀ ਸ਼ਾਂਤੀ ਨਹੀਂ,
ਪਾਤਸ਼ਾਹੀਆਂ ਰਾਜਾਂ ਦੇ ਵਿੱਚ ਕੋਈ ਮਨ ਦੀ ਸ਼ਾਂਤੀ ਨਹੀਂ, ਕਿਸੇ ਹੁਕਮ ਚਲਾਉਣ ਲਈ ਇਹਨਾਂ ਚੀਜ਼ਾਂ ਵਿੱਚ ਵੀ ਕੋਈ ਸ਼ਾਂਤ ਨਹੀਂ, ਕੋਈ ਸੁੱਖ ਨਹੀਂ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਸੋ ਜਿਵੇਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਛਤਰ ਧਾਰ ਪਾਤਸ਼ਾਹੀਆਂ, ਇਹ ਵੀ ਸੰਸਿਆਂ ਦੇ ਨਾਲ ਭਰੀਆਂ ਪਈਆਂ ਹਨ। ਸੋ ਦੁਨੀਆ ਦੇ ਤਖਤੇ ਤੇ ਕੋਈ ਹੋਰ ਵਸਤੂ ਨਹੀਂ ਜੋ ਮਨ ਨੂੰ ਸ਼ਾਂਤ ਕਰ ਸਕੇ, ਅਸਲੀ ਅਰਥ ਵਿੱਚ ਮਨ ਨੂੰ ਤ੍ਰਿਪਤੀ ਔਰ ਪੂਰਨ ਸੁਖ ਦੇ ਸਕੇ, ਸਿਵਾਏ ਵਾਹਿਗੁਰੂ ਦੇ ਨਾਮ ਦੇ। ਸੋ ਮਨ ਦੀ ਸ਼ਾਂਤੀ ਦੀ ਛਿੱਟ ਨਹੀਂ ਇਹਨਾਂ ਬਾਦਸ਼ਾਹੀਆਂ, ਇਹਨਾਂ ਰਾਜਾਂ ਦੇ ਵਿੱਚ। ਸੋ ਸਿਰਫ ਤੇ ਸਿਰਫ ਹਰੀ ਕੀਰਤਨ ਤੇ ਵਾਹਿਗੁਰੂ ਦੇ ਨਾਮ ਦੇ ਸਿਮਰਨ ਦੇ ਆਸਰੇ ਹੀ ਜੀਵ ਮਨ ਦੀ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ। ਸੋ ਇਹ ਸ਼ਬਦ ਜੋ ਪੂਰਾ, ਜੋ 4 ਪੌੜੀਆਂ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤੀਆਂ, ਜਦੋਂ ਗੁਰੂ ਨਾਨਕ ਦੇਵ ਜੀ ਦਾ ਕਲਯੁਗ ਨਾਲ ਮਿਲਾਪ ਹੋਇਆ ਔਰ ਕਲਯੁਗ ਨੇ ਗੁਰੂ ਨਾਨਕ ਦੇਵ ਜੀ ਨੂੰ ਇਹਨਾਂ ਸਭ ਚੀਜ਼ਾਂ ਦੇ ਲਾਲਚ ਦੇਣੇ ਸ਼ੁਰੂ ਕੀਤੇ, ਮੋਤੀਆਂ ਤੇ ਮੰਦਰ ਦੇ ਉਸਾਰੇ ਹੋਏ ਘਰ, ਰਤਨਾਂ ਨਾਲ ਜੜੇ ਹੋਏ ਘਰ, ਚੰਦਨ ਕਸਤੂਰ ਨਾਲ ਲਿਪੇ ਹੋਏ ਘਰ, ਤਾਂ ਮਹਾਰਾਜ ਜੀ ਨੇ ਨਾ ਕਰ ਦਿੱਤੀ ਕਿ ਇਹਨਾਂ ਵਿੱਚ ਕੋਈ ਸੁੱਖ ਨਹੀਂ। ਫਿਰ ਉਸਨੇ ਉਹਨਾਂ ਨੂੰ ਦੱਸਿਆ ਕਿ ਧਰਤੀ ਤੱਕ ਹੀ ਹੀਰੇ ਲਾਲ ਜਲਦੀ ਮੈਂ ਜੇ ਪਲੰਗ ਜੜਵਾ ਦਾਂਗਾ ਔਰ ਤੁਹਾਨੂੰ ਸੋਹਣੀਆਂ ਮੋਹਣੀਆਂ ਜਿਹੜੀਆਂ ਅਫਸਰਾਵਾਂ ਨੇ ਉਹ ਤੁਹਾਡੀ ਸੇਵਾ ਲਈ ਹਾਜ਼ਰ ਕਰਾਂਗਾ। ਤਾਂ ਵੀ ਗੁਰੂ ਨਾਨਕ ਦੇਵ ਜੀ ਨੇ ਮਨਾ ਕਰ ਦਿੱਤਾ। ਫਿਰ ਉਹਨਾਂ ਨੂੰ ਰਿੱਧੀ ਸਿੱਧੀ ਦਾ ਲਾਲਚ ਦੇ ਕੇ ਲੋਕਾਂ ਨੂੰ ਵਸੀਕਾਰ ਕਰਨ ਦਾ, ਡਰਾ ਕੇ ਉਹਨਾਂ ਨੂੰ ਆਪਣੇ ਗੁਲਾਮ ਬਣਾਉਣ ਦਾ ਵੀ ਲਾਲਚ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਇਹ ਵੀ ਮਨਾ ਕਰ ਦਿੱਤਾ। ਅਖੀਰ 'ਚ ਉਹਨਾਂ ਨੇ ਕਿਹਾ, ਕਲਯੁਗ ਨੇ ਕਿਹਾ ਕਿ ਤੁਹਾਨੂੰ ਵੱਡੇ ਵੱਡੇ ਰਾਜ ਤੁਹਾਡੇ ਹੇਠਾਂ ਹੋਣਗੇ, ਸੁਲਤਾਨ ਬਣ ਜਾਓ। ਤਾਂ ਮਹਾਰਾਜ ਜੀ ਨੇ ਇਹ ਵੀ ਮਨਾ ਕਰ ਦਿੱਤਾ। ਤਾਂ ਮੂਲ ਜੋ ਸਾਖੀ ਦਾ ਇਹ ਹੈ, ਸਾਨੂੰ ਸਮਝਾਉਣ ਵਾਸਤੇ ਕਿ ਇਹ ਜੋ ਵਸਤੂਆਂ ਹਨ, ਮਹਿਲ ਮਾੜੀਆਂ ਹਨ, ਸੁੰਦਰ ਸੁੰਦਰ ਮਕਾਨ ਆਦਿ, ਖੁਸ਼ਬੂਆਂ ਹਨ ਔਰ ਸੁੰਦਰ ਸੁੰਦਰ ਜੋ ਮੋਹਣੀਆਂ, ਜੋ ਸੈਂਸ਼ੂਅਲ ਪਲੇਜ਼ਰਸ ਹਨ ਜਾਂ ਸੋਹਣੇ ਸੋਹਣੇ ਪਲੰਗ ਹਨ, ਇਹਨਾਂ ਦੇ ਵਿੱਚ ਬਹੁਤ ਸ਼ਕਤੀ ਹੈ ਪਰਮਾਤਮਾ ਨੂੰ ਭੁਲਾਉਣ ਦੀ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਆਗਾਹ ਕਰ ਰਹੇ ਹਨ, ਕਦੇ ਇਹਨਾਂ ਦੇ ਬਦਲੇ ਮਤ ਦੇਖ ਭੂਲਾ ਵਿਸਰੇ, ਤੇਰਾ ਚਿਤ ਨਾ ਆਵੇ ਨਾਉ। ਇਹਨਾਂ ਨੂੰ ਦੇਖ ਕੇ ਤੂੰ ਪ੍ਰਭੂ ਨੂੰ ਵਿਸਾਰ ਦੇਂਗਾ, ਭੁੱਲ ਜਾਏਗਾ, ਤੇਰੇ ਚਿੱਤ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਵਸਣਾ। ਇਸ ਕਰਕੇ ਇਹਨਾਂ ਦੇ ਵਿੱਚ ਨਾ ਫਸੋ, ਕਿਉਂਕਿ ਸੱਚਾ ਸੁੱਖ ਜੋ ਹੈ ਇਹਨਾਂ ਵਿੱਚ ਨਹੀਂ। ਤੇ ਕਈ ਭਗਤੀ ਕਰਦੇ ਕਰਦੇ ਰਿੱਧੀਆਂ ਸਿੱਧੀਆਂ ਵਿੱਚ ਅਟਕ ਜਾਂਦੇ ਹਨ, ਦੁਨੀਆ ਨੂੰ ਆਪਣੇ ਰਿੱਧੀਆਂ ਸਿੱਧੀਆਂ ਦੇ ਪ੍ਰਭਾਵ ਵਿੱਚ ਦਿਖਾ ਕੇ ਉਹਨਾਂ ਨੂੰ ਡਰਾ ਕੇ ਉਹਨਾਂ ਨੂੰ ਵਸੀਕਾਰ ਕਰਦੇ ਹਨ ਤਾਂ ਕਿ ਉਹ ਉਹਨਾਂ ਦੇ ਹੁਕਮ ਮੰਨਣ ਔਰ ਉਹਨਾਂ ਦੇ ਗੁਲਾਮ ਬਣ ਜਾਣ, ਲੋਕੀ ਉਹਨਾਂ ਤੋਂ ਆਦਰ ਕਰਨ, ਡਰਨ। ਪਰ ਇਹ ਵੀ ਕੋਈ ਉਪਰਾਲਾ ਨਹੀਂ, ਇਹ ਪ੍ਰਭੂ ਪ੍ਰਾਪਤੀ ਨਹੀਂ। ਇਹਦੇ ਵਿੱਚ ਤਾਂ ਮਨ ਸ਼ਾਂਤ ਨਾ ਹੋਇਆ, ਇਹ ਜਿਹੇ ਲੋਕਾਂ ਦੇ ਤਾਂ ਮਨ ਬਹੁਤ ਹੀ ਸੜਦੇ ਬਲਦੇ ਰਹਿੰਦੇ ਹਨ, ਜਿਵੇਂ ਭੱਠ ਵਿੱਚ ਦਾਣਾ ਭੁੱਜਦਾ ਹੈ। ਤਾਂ ਮਹਾਰਾਜ ਜੀ ਨੇ ਇਸ ਦੀ ਵੀ ਮਨਾਹੀ ਕੀਤੀ ਹੈ ਕਿ ਨਾਟਕ ਚੇਟਕ ਇਹ ਸਭ ਮਾਇਆ ਹੈ, ਕਰਾਮਾਤ ਕਹਿਰ ਹੈ। ਤੇ ਮਹਾਂਪੁਰਖਾਂ ਨੂੰ ਇਹਨਾਂ ਚੀਜ਼ਾਂ ਤੋਂ ਜੋ ਇਹ ਕਰਦੇ ਨੇ ਸ਼ਰਮ ਆਉਂਦੀ ਹੈ, ਕਿਉਂਕਿ ਇਹ ਹੁਕਮ ਵਿੱਚ ਨਹੀਂ। ਤੇ ਜੇ ਪਾਤਸ਼ਾਹੀਆਂ ਹੋਣ, ਲੱਖ ਛਤਰਪਤੀ, ਕੋਈ ਰਾਜਾ ਹੋਵੇ, ਉਹ ਵੀ ਸਹਸਿਆਂ ਦੇ ਨਾਲ ਭਰੇ ਰਹਿੰਦੇ ਆ ਲੋਕ, ਇਹਨਾਂ ਵਿੱਚ ਵੀ ਕੋਈ ਸੁੱਖ ਨਹੀਂ। ਤੋ ਸੱਚਾ ਸੁੱਖ ਕੇਵਲ ਤੇ ਕੇਵਲ ਵਾਹਿਗੁਰੂ ਦੇ ਭਜਨ, ਵਾਹਿਗੁਰੂ ਦੇ ਨਾਮ, ਸਾਧ ਸੰਗਤ ਔਰ ਕੀਰਤਨ ਵਿੱਚ ਹੈ। ਸੋ ਹਰ ਬਿਨ ਜੀਓ ਜਲ ਬਲ ਜਾਈ, ਮੈਂ ਆਪਣਾ ਗੁਰ ਕੁਛ ਦੇਖਿਆ ਅਵਰ ਨਹੀਂ ਥਾਉ। ਸੋ ਧੰਨ ਧੰਨ ਸ਼੍ਰੀ ਹਜ਼ੂਰ ਸੰਤ ਈਸ਼ਰ ਸਿੰਘ ਜੀ ਮਹਾਰਾਜ ਡਾੜਾ ਸਾਹਿਬ ਵਾਲੇ ਆਪ ਜੀ ਦੇ ਸੁੰਦਰ ਪਾਵਨ ਚਰਨ ਕਮਲਾਂ ਵਿੱਚ ਬਹੁਤ ਹੀ ਪਿਆਰੀ ਸ਼ਰਧਾ ਭਰੀ ਨਮਸਕਾਰ ਹੈ। ਸੰਤ ਮਹਾਰਾਜ ਜੀ ਸਾਡੇ ਤੇ ਕਿਰਪਾ ਕਰੋ ਕਿ ਅਸੀਂ ਇਹ ਸਾਰੀਆਂ ਜੋ ਵਸਤੂਆਂ ਹਨ, ਪਦਾਰਥ ਹਨ, ਮਾਇਆਵਿਕ ਚੀਜ਼ਾਂ ਹਨ, ਇਹਨਾਂ ਦੇ ਵਿੱਚ ਅਸੀਂ ਡਿਸਟਰੈਕਟ ਨਾ ਹੋਈਏ ਔਰ ਜੋ ਸਾਡਾ ਜੋ ਮੇਨ ਉਪਰਾਲਾ ਹੈ, ਮਨ ਦੀ ਸ਼ਾਂਤੀ, ਮਨ ਦੀ ਠੰਡ, ਮਨ ਦੀ ਇਕਾਗਰਤਾ, ਉਸਨੂੰ ਪ੍ਰਾਪਤ ਕਰਨ ਲਈ ਅਸੀਂ ਅੱਗੇ ਵਧੀਏ ਔਰ ਪ੍ਰਭੂ ਚਰਨਾਂ ਵਿੱਚ ਲੀਨ ਹੋਣ ਦਾ ਉਪਰਾਲਾ ਕਰੀਏ। ਔਰ ਸੰਤ ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਸਾਡਾ ਇਹਨਾਂ ਰਿੱਧੀਆਂ ਸਿੱਧੀਆਂ ਤੋਂ ਔਰ ਹੋਰ ਵੀ ਜਿਤਨੇ ਵੀ ਮਾਇਆਵਿਕ ਪਦਾਰਥ ਹਨ, ਇਹਨਾਂ ਤੋਂ ਬਚਾਓ। ਸਾਨੂੰ ਮਾਇਆ ਦੇ ਛਲ ਛਿਦਰ ਤੋਂ ਬਚਾ ਕੇ
ਆਪਣੇ ਚਰਨਾਂ ਦਾ ਨਿਵਾਸ ਬਖਸ਼ੋ, ਚਰਨ ਕਮਲਾਂ ਦੀ ਪ੍ਰੀਤ ਬਖਸ਼ੋ, ਪੁੱਠੇ ਭਾਗਾਂ ਨੂੰ ਸਿੱਧੇ ਕਰੋ ਔਰ ਹਮੇਸ਼ਾ ਹੀ ਆਪਣੇ ਹਰੀ ਕੀਰਤਨ, ਸਿਮਰਨ, ਭਗਤੀ, ਸਰਵਣ ਭਗਤੀ ਇਸ ਵਿੱਚ ਹੀ ਰੱਖੋ। ਹਰ ਚਰਨ ਕਮਲ ਹਰ ਜਨ ਕੀ ਥਾਟੀ, ਕੋਟ ਸੂਖ ਵਿਸਰਾਮ। ਜੋ ਆਪ ਜੀ ਦੇ ਚਰਨ ਕਮਲ ਹਨ ਉਹੀ ਇਸ ਗਰੀਬ ਦਾਸ ਦੀ ਥਾਟੀ ਹੈ, ਉੱਥੇ ਮੈਨੂੰ ਕਰੋੜਾਂ ਵਿਸਰਾਮ ਮਿਲਦਾ ਹੈ। ਚਰਨ ਕਮਲ ਹਰ ਜਨ ਕੀ ਥਾਟੀ, ਕੋਟ ਸੂਖ ਵਿਸਰਾਮ, ਸਾਧ ਸੰਗਤ ਹੀ ਬੈਕੁੰਠ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।